बागी ना बना दियो। अन्नदाता मजदूर दोवें किरती, खुद किरती नू बागी ना बना दियो। शरेआम जी मन मर्जी ना जेड़े सा खरीद दे, धक्का कर दे व्यापारी है तमाम जी। खादा ते दवाइयां दे ना लेंदे कारी जे, कि तो सिरी उत्तो पानी ना लगा दियो। अन्नदाता मजदूर दोवें किरती, खुद किरती नू बागी ना बना दियो। अन्नदाता मजदूर दोवें किरती, खुद किरती नू बागी ना बना दियो। दुखी मारे दे और जिंदगी दी किरण विखारियो। अन्नदाता मजदूर दोवें किरती, खुद किरती नू बागी ना बना दियो। अन्नदाता मजदूर दोवें किरती, खुद किरती नू बागी ना बना दियो। मजबूर ना जथेबंदियां नू तरने दा शौक नहीं, बेबस होके तुर दे हां पूरना। गुरजीत नवनीत खैरा आख दे, पेट को करी ना मौत दी चढ़ा दियो। अन्नदाता मजदूर दोवें किरती, खुद किरती नू बागी ना बना दियो। अन्नदाता मजदूर दोवें किरती, खुद किरती नू बागी ना बना दियो। अन्नदाता मजदूर दोवें किरती, खुद किरती नू बागी ना बना दियो। नसरों मंजूर गुरु गोबिंद सिंह, एज दी मंजूर गुरु गोबिंद सिंह, हक रागंजूर गुरु गोबिंद सिंह, जुमला फैजे नूर गुरु गोबिंद सिंह, हक हक आगा गुरु गोबिंद सिंह, शाहे शहन शाह गुरु गोबिंद सिंह, हक हक आदेश गुरु गोबिंद सिंह, बादशाह दरवेश गुरु गोबिंद सिंह। किसान मजदूर एकता किसान विरोधी बिल दे विरोध दे विच शंभू मोर्चे विच शामिल हुई समुची संगत। आओ कोई विचार शुरू करने तो पहला बाजां वाले शहनशाह कलगीधर पातशाह गुरु गोबिंद सिंह जी महाराज की बख्शिश फतेह की सांझ पाउण दा यतन करिए, ताकि तुहाडी ते साडी आपस दे विच सांझ बन जाए। क्योंकि गुरु प्यारिओ, जदों भी किसी धर्म का कोई मनुख एक दूसरे नूं मिलदे ने, पहला रब नूं चेते कर लैंदे ने। हिंदू मिलता है हिंदू नूं ते ओह कहंदा है राम राम, मुसलमान मुसलमान नूं मिलता है ते ओह कहंदा है अस्सलाम अलैकुम। सतगुरु बाजां वाले शहनशाह ने साडे ते बख्शिश कीती है, सानू फतेह दा नारा दिता है। ते जदों फतेह दी सांझ पाई जाती है, 2 बार वाहिगुरु नाम दा सिमरन हो जाया करता है। जिहड़ा मनुख वाहिगुरु दा सिमरन करता है, सतगुरु उहदे ते अपार बख्शिश करते हैं। उहदे दुखां दा नाश हुंदा है, सुखां दा प्रकाश हुंदा है, उहदियां शुभ मनोकामनावां भावनावां पूरीआं हुंदियां ने।
ਪੰਜਾਬੀ ਦਾ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ। ਉਹ ਕਹਿੰਦਾ ਵਾਹਿਗੁਰੂ ਆਖਿਆ ਮੁਖ ਪਵਿੱਤਰ, ਵਾਹਿਗੁਰੂ ਆਖਿਆ ਸਾਫ ਚਰਿੱਤਰ, ਵਾਹਿਗੁਰੂ ਆਖਿਆ ਬੈਰੀ ਮਿੱਤਰ, ਵਾਹਿਗੁਰੂ ਆਖਿਆ ਸਭ ਦੁੱਖ ਤਿੱਤਰ। ਫਤਿਹ ਦੇ ਬਾਰੇ ਵਿੱਚ ਪੰਜਾਬੀ ਦਾ ਵਿਦਵਾਨ ਬਹੁਤ ਸੁੰਦਰ ਲਿਖਦਾ ਹੈ। ਉਹ ਕਹਿੰਦਾ ਜਿਹਦੀ ਰਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹਦੀ ਜ਼ਬਾਨ ਵਿੱਚ ਫਤਿਹ ਉਹਦੀ ਮੈਦਾਨ ਵਿੱਚ ਫਤਿਹ, ਜਿਹਦੇ ਬੁੱਲਾਂ ਵਿੱਚ ਫਤਿਹ ਉਹਦੀ ਕੁੱਲਾਂ ਵਿੱਚ ਫਤਿਹ, ਜਿਹੜਾ ਬੁਲਾਉਂਦਾ ਢਿੱਲੀ ਫਤਿਹ ਉਹਨੂੰ ਕਦੇ ਨਹੀਂ ਮਿਲੀ ਫਤਿਹ, ਜਿਹੜਾ ਫਤਿਹ ਬੁਲਾਉਂਦਾ ਗੱਜ ਕੇ ਉਹਨੂੰ ਮਿਲਦੀ ਹੈ ਫਤਿਹ ਭੱਜ ਕੇ। ਬੈਠੋ ਜੀ ਸੱਜ ਕੇ, ਆਖੋ ਜੀ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਸਮੇਂ ਦੀ ਸਰਕਾਰ ਨੇ ਇੱਕ ਕਿਸਾਨ ਵਿਰੋਧੀ ਬਿੱਲ ਪੇਸ਼ ਕੀਤਾ ਤੇ ਜਿਹਦੇ ਵਿਰੋਧ ਦੇ ਵਿੱਚ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਕਿਸਾਨ ਮਜ਼ਦੂਰ ਏਕਤਾ ਸੰਘਰਸ਼ ਦੀ ਪ੍ਰਾਰੰਭਤਾ ਹੋਈ ਤੇ ਆ ਜਿਹੜਾ ਸ਼ੰਭੂ ਮੋਰਚਾ ਲੱਗਿਆ ਇਹਨੂੰ ਵੀ ਬੜੇ ਦਿਨ ਹੋ ਗਏ। ਤੇ ਇਸ ਮੋਰਚੇ ਦੇ ਵਿੱਚ ਵੱਖ-ਵੱਖ ਵਿਦਵਾਨ, ਵੱਖ-ਵੱਖ ਸੂਝਵਾਨ ਲੋਕ ਆ ਕੇ ਹਾਜ਼ਰੀਆਂ ਭਰ ਕੇ ਸਾਨੂੰ ਸੁਚੇਤ ਕਰ ਰਹੇ ਨੇ ਕਿ ਅਸੀਂ ਕਿਸ ਤਰ੍ਹਾਂ ਜਿਹੜਾ ਸਾਡੇ ਵਿਰੋਧ ਦੇ ਵਿੱਚ ਬਿੱਲ ਪੇਸ਼ ਹੋਇਆ ਹੈ ਉਹਨੂੰ ਜਾਂ ਤੇ ਬਿੱਲ ਨੂੰ ਉਹਨੂੰ ਵਾਪਸ ਕਰਵਾਈਏ ਜਾਂ ਇਸ ਕਾਨੂੰਨ ਨੂੰ ਕਿਸੇ ਤਰ੍ਹਾਂ ਬਦਲਿਆ ਜਾਵੇ। ਮੇਰੇ ਤੋਂ ਪਹਿਲਾਂ ਬਹੁਤ ਹੀ ਵਿਦਵਾਨਾਂ ਨੇ, ਸੂਝਵਾਨ ਵੀਰਾਂ ਨੇ, ਪੜ੍ਹੇ ਲਿਖੇ ਵੀਰਾਂ ਨੇ ਆਪ ਸੰਗਤ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਆਪਣੇ ਦਿਲ ਦੀ ਜੋ ਜੋ ਸੋਚ ਸੀ ਉਹ ਸਾਂਝੀ ਕੀਤੀ। ਤੇ ਗੁਰੂ ਪਿਆਰਿਓ, ਇੱਕ ਇਸ ਸੰਘਰਸ਼ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਢਾਡੀ ਜੱਥਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਗਿਆ। ਵਾਰੀ-ਵਾਰੀ ਢਾਡੀ ਜੱਥਿਆਂ ਦੀ ਡਿਊਟੀ ਲਗਾਈ ਗਈ ਹੈ। ਬਹੁਤ ਸਤਿਕਾਰਯੋਗ ਵੀਰ ਰਸ਼ਪਾਲ ਸਿੰਘ ਜੀ USA ਤੋਂ, ਉਹਨਾਂ ਨੇ ਸਾਰੇ ਢਾਡੀਆਂ ਦੀ ਡਿਊਟੀ ਲਗਾਈ ਤੇ ਰੋਜ਼ ਇੱਕ ਢਾਡੀ ਜੱਥਾ ਉਹਨਾਂ ਦੇ ਵੱਲੋਂ ਭੇਜਿਆ ਜਾਂਦਾ ਹੈ ਤੇ ਉਸੇ ਲਿਸਟ ਦੇ ਵਿੱਚ ਅੱਜ ਦਾਸ ਦੇ ਜੱਥੇ ਨੂੰ ਆਪ ਸੰਗਤ ਦੇ ਨਾਲ ਕੁਝ ਕੁ ਵਿਚਾਰ ਸਾਂਝੇ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਪਿਆਰਿਓ, ਸਮੇਂ ਦੀਆਂ ਸਰਕਾਰਾਂ ਸਦਾ ਤੋਂ ਹੀ ਜ਼ੁਲਮ ਕਰਦੀਆਂ ਆਈਆਂ ਤੇ ਸਾਡੇ ਵਿਰੋਧ ਦੇ ਵਿੱਚ ਜਿਹੜਾ ਬਿੱਲ ਪੇਸ਼ ਹੋਇਆ ਅਸੀਂ ਸਾਰੇ ਉਹਦੇ ਬਾਰੇ ਵਿੱਚ ਜਾਣੂ ਹਾਂ, ਪਰ ਮੈਂ ਜੋ ਮੇਰੇ ਦਿਲ ਦੀ ਵਿਚਾਰ ਹੈ, ਜੋ ਮੇਰੇ ਦਿਲ ਦੀ ਸੋਚ ਹੈ, ਮੈਂ ਤੁਹਾਡੇ ਨਾਲ ਉਹ ਸਾਂਝੀ ਕਰਾਂਗੀ। ਇੱਕ ਮੇਰੇ ਵੀਰ ਨੇ ਇੱਕ ਗੱਲ ਕਹੀ ਕਿ ਇਹਨੂੰ ਧਾਰਮਿਕ ਮੁੱਦਾ ਨਾ ਬਣਾਇਓ। ਵੈਸੇ ਵੀਰ ਜੀ, ਧਾਰਮਿਕ ਮੁੱਦਾ ਤੇ ਨਹੀਂ, ਪਰ ਮੇਰੇ 6ਵੇਂ ਪਾਤਸ਼ਾਹ ਨੇ ਸਾਨੂੰ ਧਰਮ ਦੇ ਨਾਲ-ਨਾਲ ਰਾਜਨੀਤੀ ਦਿੱਤੀ ਹੈ ਤੇ ਨਾਲ ਇਹ ਗੱਲ ਕਹੀ ਕਿ ਰਾਜਨੀਤੀ ਤੇ ਉੱਤੇ ਧਰਮ ਤੇ ਭਾਰੂ ਹੋ ਜਾਵੇ ਪਰ ਕਦੇ ਧਰਮ ਦੇ ਉੱਤੇ ਰਾਜਨੀਤੀ ਭਾਰੂ ਨਾ ਹੋਵੇ। ਸਾਡੇ ਤੇ ਧਰਮ ਤੇ ਰਾਜਨੀਤੀ ਭਾਰੂ ਹੋਈ ਹੈ। ਗੁਰੂ ਪਿਆਰਿਓ, ਇਹ ਜਿਹੜੀ ਸਿਆਸਤ ਹੈ, ਜਿਹੜਾ ਸਮੇਂ ਦੇ ਜ਼ਾਲਮਾਂ ਦੇ ਨਾਲ ਲੜਨਾ, ਇਹ ਵੀ ਸਾਨੂੰ ਸਤਿਗੁਰੂ 6ਵੇਂ ਪਾਤਸ਼ਾਹ ਨੇ ਦੱਸਿਆ ਕਿ ਤੁਸੀਂ ਹੱਕ ਕਿਵੇਂ ਲੈਣੇ। ਨਹੀਂ ਤੇ ਬੰਦਗੀ ਕਰਨ ਵਾਲੇ ਤੇ ਪਹਿਲਾਂ ਵੀ ਬੜੇ ਪੈਦਾ ਹੋਏ, ਪਰ ਜਿਹੜਾ ਸਿੱਖ ਧਰਮ ਹੈ ਉਹ ਇਸ ਤਰ੍ਹਾਂ ਦਾ ਧਰਮ ਹੈ ਕਿ ਸਾਨੂੰ ਭਗਤੀ ਦੇ ਨਾਲ ਨਾਲ ਰਾਜਨੀਤੀ ਵੀ ਸਿਖਾਉਂਦਾ ਹੈ, ਸਾਨੂੰ ਸਿਆਸਤ ਵੀ ਸਿਖਾਉਂਦਾ ਹੈ, ਅਸੀਂ ਦੁਨੀਆ ਵਿੱਚ ਕਿਵੇਂ ਵਿਚਰਨਾ ਸਿਖਾਉਂਦਾ ਹੈ, ਅਸੀਂ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਸਿਖਾਉਂਦਾ ਹੈ। ਸਤਿਗੁਰੂ ਕਹਿੰਦੇ ਅਣਖ ਦੇ ਨਾਲ ਜਿਉਣਾ ਹੈ ਤੇ ਮਰਨਾ ਜਿਹੜਾ ਉਹ ਵੀ ਜਿਹੜਾ ਬੇਗੈਰਤੀ ਦਾ ਮਰਨਾ ਉਹ ਬਹੁਤ ਬੁਰਾ ਹੈ। ਉਹਦੇ ਨਾਲੋਂ ਤੇ ਜਿਹੜੀ ਮੌਤ ਹੈ ਨਾ, ਚੜ੍ਹਦੀ ਕਲਾ ਦੇ ਵਿੱਚ ਆ ਜਾਵੇ ਉਹ ਵਧੀਆ ਹੈ। ਬੁੱਝਦਿਲੀ ਦੀ ਜ਼ਿੰਦਗੀ ਦੇ ਨਾਲੋਂ ਚੜ੍ਹਦੀ ਕਲਾ ਦੇ ਵਿੱਚ ਮਰ ਜਾਣਾ ਬਹੁਤ ਚੰਗਾ ਹੁੰਦਾ ਹੈ। ਮੇਰੇ ਸਤਿਗੁਰ ਨੇ ਸਾਨੂੰ ਸਮਝਾਇਆ। ਤੇ ਗੁਰੂ ਪਿਆਰਿਓ, ਇਹ ਜਿਹੜਾ 6ਵੇਂ ਪਾਤਸ਼ਾਹ ਦਾ ਸਾਜਿਆ ਅਕਾਲ ਤਖਤ, ਉੱਥੋਂ ਢਾਡੀ ਕਲਾ ਦੀ ਪ੍ਰਾਰੰਭਤਾ ਹੋਈ ਤੇ ਹੱਕ ਲੈਣ ਦੇ ਲਈ ਢਾਡੀ ਕਲਾ ਦਾ ਜਿਹੜਾ ਯੋਗਦਾਨ ਹੈ ਉਹਦੇ ਤੋਂ ਅਸੀਂ ਤੇ ਤੁਸੀਂ ਅਣਜਾਣ ਨਹੀਂ। ਤਾਂ ਹੀ ਇਸ ਮੋਰਚੇ ਦੇ ਵਿੱਚ ਨਾਲ ਨਾਲ ਢਾਡੀ ਕਵੀਸ਼ਰ ਆਪਣੀ ਆਪਣੀ ਹਾਜ਼ਰੀ ਆ ਕੇ ਲਵਾਉਂਦੇ ਨੇ। ਗੁਰੂ ਪਿਆਰਿਓ, ਇਸ ਬਿੱਲ ਦੀ ਮੈਂ ਗੱਲ ਕਰਾਂ ਤੇ ਇਸ ਬਿੱਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਕਾਨੂੰਨ ਦੱਸਿਆ ਗਿਆ ਹੈ ਕਿ ਜੇ ਕਿਸੇ ਕਿਸਾਨ ਦਾ ਤੋਲ ਦੇ ਵਿੱਚ ਜਾਂ ਲੈਣ ਦੇਣ ਦੇ ਵਿੱਚ ਜਾਂ ਰੇਟ ਦੇ ਵਿੱਚ ਕਿਸੇ ਦੇ ਨਾਲ ਰੌਲਾ ਹੋਵੇ ਤੇ ਉਹ ਸਿਰਫ SDM ਤੱਕ ਜਾ ਸਕਦਾ ਹੈ। ਇਸ ਤੋਂ ਬਾਅਦ ਅਦਾਲਤ ਦੇ ਵਿੱਚ, ਕੋਰਟ ਵਿੱਚ ਜਾ ਕੇ ਕੇਸ ਨਹੀਂ ਕਰ ਸਕਦਾ। ਤੇ ਗੁਰੂ ਪਿਆਰਿਓ, ਦੂਸਰੇ ਪਾਸੇ ਇੱਕ ਹੋਰ ਐਲਾਨ ਹੈ ਕਿ ਜਿਹੜਾ ਕਿਸਾਨ ਮੰਡੀ ਵਿੱਚ ਫਸਲ ਵੇਚੇਗਾ ਉਹਨੂੰ 8% ਟੈਕਸ ਪਵੇਗਾ, ਜੇ ਬਾਹਰ ਵੇਚੇਗਾ ਤੇ 1% ਪਵੇਗਾ ਤੇ ਫਿਰ ਕਿਸਾਨ ਆਪਣਾ 7% ਬਚਾਉਣ ਦੇ ਲਈ ਬਾਹਰ ਫਸਲ ਵੇਚ ਦੇਵੇਗਾ। ਫਸਲ ਮੰਡੀਆਂ ਵਿੱਚ ਨਹੀਂ ਜਾਵੇਗੀ ਕਿਉਂਕਿ ਕਿਸਾਨ ਤੇ ਬਚਾਵੇਗਾ ਹੀ, ਹਰ ਇੱਕ ਨੇ ਬਚਤ ਲਈ ਸੋਚਣਾ ਤੇ ਫਿਰ ਸਰਕਾਰ ਹੁਕਮ ਕਰੇਗੀ ਮੰਡੀ ਬੋਰਡ ਨੂੰ ਕਿ ਮੰਡੀਆਂ ਵਾਲੀ ਜਿਹੜੀ ਜ਼ਮੀਨ ਰਕਬੇ ਵੇਚ ਦਿੱਤੇ ਜਾਣ, ਮੰਡੀ ਬੋਰਡ ਬੰਦ ਕਰ ਦਿੱਤਾ ਜਾਵੇ, ਮੰਡੀਆਂ ਖਤਮ ਕਰ ਦਿੱਤੀਆਂ ਜਾਣ। ਇੱਕ ਹੋਰ ਉਹਦੇ ਵਿੱਚ ਗੱਲ ਮੈਨੂੰ ਪੜ੍ਹਨ ਨੂੰ ਮਿਲੀ ਕਿ ਜਿਹੜਾ ਜ਼ਿਮੀਂਦਾਰ ਠੇਕੇ ਤੇ ਜ਼ਮੀਨ ਦਿੰਦਾ ਹੈ, ਜੇ ਉਹ 60,000 ਨੂੰ ਖੇਤ ਠੇਕੇ ਤੇ ਚਾੜਦਾ ਤੇ ਉਹਨੂੰ 10,000 ਤੇ 800 ਰੁਪਇਆ ਸਰਕਾਰ ਨੂੰ ਟੈਕਸ ਦੇਣਾ ਪਵੇਗਾ।
ਗੁਰੂ ਪਿਆਰਿਓ ਨਾਲ ਨਾਲ ਫਿਰ ਜਦੋਂ ਕਿਸਾਨ ਸੋਚੇਗਾ ਕਿ ਹੁਣ ਖੇਤੀ ਜਿਹੜੀ ਘਾਟੇ 'ਚ ਜਾ ਰਹੀ ਹੈ, ਉਹ ਫਿਰ ਖੇਤੀ ਛੱਡਣ ਨੂੰ ਤਿਆਰ ਹੋ ਜਾਵੇਗਾ ਆਪਣੇ ਆਪ ਹੀ, ਤੇ ਫਿਰ ਸਰਕਾਰ ਵੱਡੇ ਵੱਡੇ ਰਜਵਾੜਿਆਂ ਨੂੰ ਸਾਡੀ ਇਹ ਜ਼ਮੀਨ ਦੇਵੇਗੀ। ਪਹਿਲਾਂ ਉਹ ਲੀਜ਼ ਤੇ ਲੈਣਗੇ, ਫਿਰ ਉਹ ਕਬਜ਼ੇ ਕਰ ਲੈਣਗੇ ਤੇ ਕਿਸਾਨ ਮੁਜਾਰੇਦਾਰ ਬਣ ਜਾਵੇਗਾ। ਪਹਿਲਾਂ ਵੀ ਅਸੀਂ ਮੁਜਾਰੇਦਾਰ ਸੀ, ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾਇਆ। ਅਸੀਂ ਨੌਕਰ ਸੀ, ਅਸੀਂ ਕਾਮੇ ਸੀ, ਅਸੀਂ ਮਿਹਨਤਾਂ ਕਰਦੇ ਸੀ, ਮਾਲਕ ਵੱਡੇ ਰਜਵਾੜੇ ਸੀ। ਜਿਵੇਂ ਅੱਜ ਅਡਾਨੀ ਤੇ ਅੰਬਾਨੀ ਵਰਗੇ ਮਾਲਕ ਨੇ ਵੱਡੀਆਂ ਵੱਡੀਆਂ ਕੰਪਨੀਆਂ ਦੇ। ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਉਹ ਕਿਤੇ ਸਾਡੀਆਂ ਵੋਟਾਂ ਦੇ ਸਿਰ ਤੇ ਨਹੀਂ ਚੁਣਦੇ। ਇਹਨਾਂ ਸਰਕਾਰਾਂ ਨੂੰ ਖੜਾ ਕਰਦੇ ਨੇ ਆਪਣੇ ਉਹਦੇ ਸਟੈਂਡ ਤੇ ਵੱਡੀਆਂ ਕੰਪਨੀਆਂ ਦੇ ਮਾਲਕ ਆ ਜਿਹੜੇ ਰਜਵਾੜੇ ਨੇ, ਉਹ ਮਾਇਆ ਦੇ ਨਾਲ ਖੜੇ ਕਰਦੇ ਨੇ ਤੇ ਫਿਰ ਹੁਕਮ ਉਹਨਾਂ ਦੇ ਹੀ ਚੱਲਦੇ ਨੇ। ਆਹ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਹੈ ਤੇ ਗੁਰੂ ਨਾਨਕ ਨੇ ਸਾਨੂੰ ਕਿਰਤ ਦੇ ਨਾਲ ਜੋੜਿਆ। ਤੇ ਗੁਰੂ ਨਾਨਕ ਨਾਮ ਲੈਵਾ ਜਿਹੜਾ ਸਿੱਖ ਹੈ, ਉਹ ਗੁਰੂ ਨਾਨਕ ਦੇ ਦੱਸੇ ਹੋਏ ਹੁਕਮ ਤੇ ਚੱਲਦਾ ਹੋਇਆ ਆਪਣੀ ਕਿਰਤ ਕਰਦਾ ਹੈ। ਸਤਿਗੁਰ ਦਾ ਦਿੱਤਾ ਸੁਨੇਹਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸਤਿਗੁਰ ਦੇ ਇਸ ਮੈਸੇਜ ਤੇ ਚੱਲਦਾ ਹੋਇਆ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਪਰ ਪਿਆਰਿਓ, ਇਸ ਗੁਰੂ ਨਾਨਕ ਦੀ ਧਰਤੀ ਤੇ ਗੁਰੂ ਨਾਨਕ ਦੇ ਸਿੱਖ ਨੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਣਾ। ਆਓ ਜਰਾ ਪਿਆਰ ਦੇ ਨਾਲ ਸੁਣਨ ਦਾ ਯਤਨ ਕਰਨਾ ਕਿ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ, ਜੇ ਆਪਣੀ ਆਈ ਤੇ ਆ ਜਾਵੇ ਤੇ ਫਿਰ ਤੁਹਾਨੂੰ ਦਿਨੇ ਹੀ ਰਾਤ ਤਾਰੇ ਰਾਤ ਦੇ ਦਿਖਾ ਦੇਵੇਗਾ, ਤੁਹਾਨੂੰ ਲੋਹੇ ਦੇ ਚਣੇ ਚਬਾ ਦੇਵੇਗਾ। ਇਹ ਗੁਰੂ ਨਾਨਕ ਦੀ ਧਰਤੀ ਤੇ ਕਣ ਕਣ ਚੋਂ ਨਗਾਰੇ ਬੋਲਣਗੇ। ਬਾਗੀ ਸੂਰਮੇ ਇਸ ਧਰਤੀ ਤੇ ਪੈਦਾ ਹੋਏ, ਜਿਹੜੇ ਬਾਗੀ ਸੂਰਮੇ, ਉਹਦੇ ਨਗਾਰੇ ਜੈਕਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਤੇਰੇ ਤਖਤ ਦਿੱਲੀਏ ਡੋਲਣਗੇ। ਇਹ ਧਰਤੀ ਹੈ ਗੁਰੂ ਨਾਨਕ ਦੀ, ਕਣ ਕਣ ਚੋਂ ਨਗਾਰੇ ਬੋਲਣਗੇ। ਬਾਕੀ ਨਾਰੇ ਸੁਣ ਸੁਣ ਕੇ ਤੇਰੇ ਤਖਤ ਦਿੱਲੀਏ ਡੋਲਣਗੇ। ਸੂਰ ਮੇਰੇ ਪੰਜਾਬੀ ਨੀ, ਸੂਰ ਮੇਰੇ ਪੰਜਾਬੀ ਨੀ, ਪੰਜਾਬ ਦੀ ਕਿਸਮਤ ਖੋਲਣਗੇ।
उस तौल धर्म दी चादर दा चप्पा चप्पा भारत दा कर जाई तेग बहादुर दा तू भी शुक्र मनाया कर उस तौल धर्म दी चादर दा बाकी जिन्ना दी तू लाउनी है जिन्ना दी तू लाउनी है तेनू पैरा थल्ले रोलणगे ए धरती है गुरु नानक दी कण कण चो नगारे बोलणगे बाकी नारे सुन सुन के तेरे तख्त दिल्ली डोलणगे रोमी कहे अन्नदाते नू तबा करी तू जानी है सच दसी तू अन्न दी थां की रबड़ा रोड़े खानी है रोमी कहे अन्नदाते नू तबा करी तू जानी है सच दसी तू अन्न दी थां की रबड़ा रोड़े खानी है लाल किले ते वेखी तू लाल किले ते वेखी तू किरसानी झंडे झूलणगे ए धरती है गुरु नानक दी कण कण चो नगारे बोलणगे बाकी नारे सुन सुन के तेरे तख्त दिल्ली डोलणगे सुर मेरा पंजाबी नी सुर मेरा पंजाबी नी पंजाब दी किस्मत खोलणगे ए धरती है गुरु नानक दी कण कण चो नगारे बोलणगे कण कण चो नगारे बोलणगे कण कण चो नगारे बोलणगे ਇਹ ਧਰਤੀ ਹੈ ਗੁਰੂ ਨਾਨਕ ਦੀ ਕਣ ਕਣ ਚੋਂ ਨਗਾਰੇ ਬੋਲਣਗੇ। ਗੁਰੂ ਪਿਆਰਿਓ, ਜਦੋਂ ਵੀ ਕਦੇ ਇਸ ਦੇਸ਼ ਤੇ ਵਿਪਤਾ ਬਣੀ ਤੇ ਪੰਜਾਬ ਵਾਸੀਆਂ ਨੇ ਆਪਣਾ ਖੂਨ ਵਹਾ ਦਿੱਤਾ ਇਸ ਦੇ ਲਈ। ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪਈ ਹੱਸ ਕੇ ਭਰੀ ਪੰਜਾਬੀਆਂ ਨੇ ਜਦ ਵੀ ਖੂਨ ਦੀ ਨਦੀ ਵਿੱਚ ਕਾਗ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ ਜਦੋਂ ਰਚਿਆ ਸਵੰਬਰ ਕਦੇ ਵਿਧ ਮਾਤਾ ਲਾੜੀ ਮੌਤ ਸੀ ਵਰੀ ਪੰਜਾਬੀਆਂ ਨੇ ਆਏ ਚੌ ਪਾਸਿਓਂ ਕਿਤੋਂ ਵੀ ਆਈ ਗੋਲੀ ਪਹਿਲਾਂ ਇੱਕ ਵਿੱਚ ਜਰੀ ਪੰਜਾਬੀਆਂ ਨੇ ਇੱਕ ਧਰਤ ਪੰਜਾਬ ਦੀ ਦੇਸ਼ ਅੰਦਰ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਹੈ ਇੱਕ ਮਾਂ ਪੰਜਾਬਣ ਹੈ ਖਾਲਸੇ ਦੀ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਇਤਿਹਾਸ ਤੋਂ ਅਸੀਂ ਅਣਜਾਣ ਨਹੀਂ, ਇਤਿਹਾਸ ਤੋਂ ਆਪਾਂ ਸਾਰੇ ਜਾਣੂ ਹਾਂ। ਗੁਰੂ ਪਿਆਰੇ, ਜਦੋਂ ਦੇਸ਼ ਦੀ ਆਜ਼ਾਦੀ ਹੋਈ ਹੈ, ਦੇਸ਼ ਆਜ਼ਾਦ ਹੋਇਆ, ਆਪਾਂ ਆਜ਼ਾਦ ਨਹੀਂ ਹੋਏ, ਪੰਜਾਬ ਆਜ਼ਾਦ ਨਹੀਂ ਹੋਇਆ, ਸਾਨੂੰ ਤੇ ਫੇਰ ਪੰਜਾਬ ਦੇ ਲਈ ਪੰਜਾਬੀ ਸੂਬਾ ਮੋਰਚਾ ਲਗਵਾਉਣਾ ਪਿਆ। ਪਰ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੰਨੀਆਂ ਅਸੀਂ ਕੁਰਬਾਨੀਆਂ ਕੀਤੀਆਂ ਉਹਦਾ ਕੋਟੀ ਮੁੱਲ ਵੀ ਨਾ ਪਿਆ। ਅਜੇ 1 ਮਹੀਨਾ ਵੀ ਨਹੀਂ ਸੀ ਹੋਇਆ ਦੇਸ਼ ਆਜ਼ਾਦ ਹੋਏ ਨੂੰ ਜਿਸ ਦਿਨ ਸਾਡੇ ਗਲਾਂ ਦੇ ਵਿੱਚ ਤਗਮੇ ਪਾਏ ਗਏ। ਕਹਿ ਦਿੱਤਾ ਗਿਆ ਕਿ ਜਰਾਇਮ ਪੇਸ਼ਾ ਕੌਮ ਨੇ, ਡਾਕੂ ਨੇ, ਲੁਟੇਰੇ ਨੇ, ਇਹਨਾਂ ਤੇ ਸਖਤ ਨਜ਼ਰ ਰੱਖੀ ਜਾਵੇ। ਆ ਜਿਹੜਾ ਇਨਾਮ ਦਿੱਤਾ ਗਿਆ ਸੀ ਸਾਨੂੰ। ਤੇ ਗੁਰੂ ਪਿਆਰਿਓ, ਅਸੀਂ ਤੇ ਦੇਸ਼ ਦੀ ਆਜ਼ਾਦੀ ਤੋਂ ਛੇਤੀ ਬਾਅਦ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ। ਤਾਂ ਹੀ ਤਾਂ ਕਿਸੇ ਨੇ ਸੱਚ ਆਖਿਆ ਕਿ ਪੰਜਾਬ ਦੀਆਂ ਜੰਮਿਆਂ ਨੂੰ ਨਿਤ ਮਹਿਮਾ। ਅੱਜ ਹੀ ਨਵਾਂ ਮੋਰਚਾ ਨਹੀਂ ਲੱਗਾ, ਆਪਾਂ ਤੇ ਸ਼ੁਰੂ ਤੋਂ ਜਦੋਂ ਤੋਂ ਜੰਮੇ ਮੋਰਚੇ ਹੀ ਲਾਉਂਦੇ ਆਏ ਪੰਜਾਬੀ। ਗੁਰੂ ਪਿਆਰਿਓ, ਜਦੋਂ ਵੀ ਇਸ ਦੇਸ਼ ਤੇ ਕੋਈ ਹਮਲਾਵਰ ਚੜ ਕੇ ਆਉਂਦਾ ਸੀ ਸਭ ਤੋਂ ਪਹਿਲਾਂ ਬਾਰਡਰ ਤੇ ਪੰਜਾਬ ਪੈਂਦਾ ਸੀ। ਤੇ ਇਹ ਦਰਾ ਖੇਪਰ ਦਾ ਬੂਆ ਕਿਸੇ ਹੋਰ ਨੇ ਬੰਦ ਨਹੀਂ ਕੀਤਾ, ਇਹ ਕਲਗੀਧਰ ਦੇ ਲਾਲਾ ਨੇ ਹੀ ਬੰਦ ਕੀਤਾ ਸੀ। ਇਹ ਹਰੀ ਸਿੰਘ ਨਲੂਏ ਵਰਗਿਆਂ ਨੇ ਬੰਦ ਕੀਤਾ ਸੀ, ਇਹ ਅਕਾਲੀ ਫੂਲਾ ਸਿੰਘ ਵਰਗਿਆਂ ਨੇ ਬੰਦ ਕੀਤਾ ਸੀ, ਇਹ ਸ਼ਾਮ ਸਿੰਘ ਅਟਾਰੀ ਵਰਗਿਆਂ ਨੇ ਬੰਦ ਕੀਤਾ ਸੀ, ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੇ ਬੰਦ ਕੀਤਾ ਸੀ। ਤੇ ਪਰ ਸਾਨੂੰ ਤਗਮੇ ਕੀ ਮਿਲੇ ਕਿ ਜਰਾਇਮ ਪੇਸ਼ਾ ਨੇ, ਡਾਕੂ ਨੇ, ਲੁਟੇਰੇ ਨੇ, ਇਹਨਾਂ ਤੇ ਸਖਤ ਨਜ਼ਰ ਰੱਖੀ ਜਾਵੇ। ਅਸੀਂ ਪੰਜਾਬੀ ਸੂਬਾ ਮੋਰਚਾ ਲਗਾਇਆ ਤੇ ਸਾਨੂੰ ਵਿੱਚੋਂ ਆ ਹਰਿਆਣਾ ਕੱਢ ਦਿੱਤਾ ਗਿਆ, ਹਿਮਾਚਲ ਪ੍ਰਦੇਸ਼ ਕੱਢ ਦਿੱਤਾ ਗਿਆ ਤੇ ਸਾਨੂੰ ਲੰਗੜਾ ਲੂਲਾ ਪੰਜਾਬ ਦੇ ਦਿੱਤਾ ਗਿਆ। ਅਸੀਂ ਪਾਣੀਆਂ ਦੇ ਲਈ ਮੋਰਚੇ ਲਗਾਏ। ਤੁਸੀਂ ਸਾਰਿਆਂ ਨੇ ਸਵੇਰ ਤੋਂ ਲੈ ਕੇ ਜਦੋਂ ਤੋਂ ਇਹ ਪ੍ਰਾਰੰਭਤਾ ਹੋਈ ਹੈ ਇਸ ਸਮਾਗਮ ਦੀ, ਇਸ ਪ੍ਰੋਗਰਾਮ ਦੀ, ਉਦੋਂ ਤੋਂ ਤੁਸੀਂ ਸੁਣ ਰਹੇ ਹੋ। ਗੁਰੂ ਪਿਆਰਿਓ, ਪਾਣੀ ਸਾਡਾ ਫ੍ਰੀ ਦੇ ਵਿੱਚ ਦਿੱਤਾ ਜਾਂਦਾ ਤੇ ਜਿਹੜੀ ਚੀਜ਼ ਦੀ ਸਾਨੂੰ ਲੋੜ ਪਵੇ ਉਹ ਸਾਨੂੰ ਮੁੱਲ ਮਿਲਦੀ ਦੂਸਰੀ ਸਟੇਟ ਤੋਂ। ਸਾਡੀ ਬਿਜਲੀ ਬਿਹਾਰ ਨੂੰ ਫ੍ਰੀ ਵਿੱਚ ਦਿੱਤੀ ਜਾਂਦੀ ਹੈ ਤੇ ਬਿਹਾਰ ਵਰਗਿਆਂ ਤੋਂ
ਕੂੜਾ ਲਿਆ ਕੇ ਬਿਹਾਰ ਤੋਂ ਮਹਿੰਗੇ ਭਾਅ ਦਾ ਉਹਦੇ ਨਾਲ ਸਾਡੇ ਪੰਜਾਬ ਵਿੱਚ ਬਿਜਲੀ ਬਣਾਈ ਜਾਂਦੀ ਹੈ ਤੇ ਸਾਨੂੰ ਮਹਿੰਗੇ ਮੁੱਲ ਦਿੱਤੀ ਜਾਂਦੀ ਹੈ। ਸਦਾ ਤੋਂ ਹੀ ਪੰਜਾਬ ਦੇ ਨਾਲ ਵਿਤਕਰਾ, ਸਦਾ ਤੋਂ ਹੀ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਗੁਰੂ ਪਿਆਰਿਓ, ਕਿੱਥੇ ਕਿੱਥੇ ਇਹਨਾਂ ਦੇ ਰੋਣੇ ਰੋਵਾਂਗੇ। ਕਦੇ ਸ਼ੇਰੇ ਪੰਜਾਬ ਦੇ ਰਾਜ ਨੂੰ ਯਾਦ ਕਰੀਏ। ਉਹਨਾਂ ਦਾ ਰਾਜ ਸੀ 40 ਸਾਲ ਦਾ ਤੇ 40 ਸਾਲ ਦੇ ਰਾਜ ਭਾਗ ਦੇ ਅੰਦਰ ਇੱਕ ਵੀ ਆਦਮੀ ਨੂੰ, ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਸੁਣਾਈ ਗਈ ਸੀ। ਤੇ ਅੱਜ ਦੇਸ਼ ਆਜ਼ਾਦ ਹੋਏ ਨੂੰ ਜਿੰਨਾ ਕੁ ਸਮਾਂ ਆਇਆ, ਇਹਦੇ ਵਿੱਚ ਪਤਾ ਨਹੀਂ ਪੰਜਾਬ ਦੇ ਜੰਮਿਆਂ ਨੂੰ ਕਿੰਨਿਆਂ ਨੂੰ ਫਾਂਸੀਆਂ, ਕਿੰਨਿਆਂ ਨੂੰ ਹੋਰ ਸਜ਼ਾਵਾਂ, ਕਿੰਨਿਆਂ ਨੂੰ ਜੇਲਾਂ ਭੁਗਤ ਚੁੱਕੇ, ਆਪਣੀਆਂ ਸਜ਼ਾਵਾਂ ਭੁਗਤ ਚੁੱਕੇ। ਅੱਜ ਤੱਕ ਉਹਨਾਂ ਨੂੰ ਜੇਲਾਂ ਤੋਂ ਰਿਹਾ ਨਹੀਂ ਕੀਤਾ ਗਿਆ ਤੇ ਆ ਨਵਾਂ ਹੀ ਬਣਾ ਕੇ ਕਾਨੂੰਨ ਸਾਡੇ ਮੱਥੇ ਮੜ ਦਿੱਤਾ ਗਿਆ। ਇਹਦਾ ਮਤਲਬ ਪੰਜਾਬ ਦੀ ਇਸ ਇੰਨੀ ਵਧੀਆ ਜ਼ਮੀਨ ਤੇ ਕਬਜ਼ਾ ਕਰਨ ਦੇ ਜਿਹੜੇ ਤਰੀਕੇ ਉਹ ਅਪਣਾਏ ਜਾ ਰਹੇ ਨੇ। ਪਰ ਪਿਆਰਿਓ, ਇਹ ਪੰਜਾਬੀ ਇਸ ਤਰ੍ਹਾਂ ਦਾ ਨਹੀਂ ਕਿ ਚੁੱਪ ਕਰਕੇ ਬੈਠ ਜਾਵੇਗਾ। ਇਹ ਤੇ ਸੀਨੇ ਤੇ ਸਹਿ ਲੈਂਦਾ ਏ ਸੱਟਾਂ, ਆਪਣੀ ਜਿੰਦ ਤਲੀ ਤੇ ਰੱਖ ਲੈਂਦਾ ਏ। ਪਰ ਜਿਹਦੇ ਨਾਲ ਵੀ ਮੱਥਾ ਲਾਉਣਾ ਪਵੇ ਜ਼ਾਲਮ ਦੇ ਨਾਲ, ਮੱਥਾ ਲਾ ਲੈਂਦਾ ਏ। ਲਾਹੌਰ ਤੇ ਦਿੱਲੀ ਦੇ ਤਖਤ ਤੇ ਹਮੇਸ਼ਾ ਇਸ ਤਰ੍ਹਾਂ ਦੇ ਜ਼ਾਲਮ ਬੈਠਦੇ ਹੀ ਆਏ। ਪਰ ਪਿਆਰਿਓ, ਇਸ ਪੰਜਾਬੀ ਨੇ ਕਦੇ ਹਾਰ ਨਹੀਂ ਮੰਨੀ, ਕਦੇ ਬੈਠਾ ਨਹੀਂ ਚੁੱਪ ਕਰਕੇ। ਇਹ ਹਮੇਸ਼ਾ ਜ਼ੁਲਮ ਦੇ ਨਾਲ ਟੱਕਰਾ ਲੈਂਦਾ ਰਿਹਾ। ਦਿੱਲੀ ਦਿਲ ਮੁੱਢੋਂ ਜੁਗ ਕਰਦੀਆਂ ਦਾ ਸਾਨੂੰ ਸਦਾ ਤਰੀਕੇ ਦੱਸਦੀ ਰਹੀ। ਇੱਕ ਆਖੇ ਦੀ ਸ਼ਮ ਰਹੀ ਰੋਂਦੀ, ਇੱਕ ਆਖੇ ਦੀ ਖੇੜ ਹੱਸਦੀ ਰਹੀ। ਬਸ ਕੇ ਉਜੜਦੀ ਰਹੀ ਦਿੱਲੀ, ਉਜੜ ਕੇ ਸਦਾਏ ਬਸਦੀ ਰਹੀ। ਇੱਥੇ ਮੁਗਲ ਚਗੱਤਾ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਰਚਾਣ ਆਇਆ। ਇੱਕ ਤੇਗ ਬਹਾਦਰ ਨੂੰ ਵੇਖਿਆ ਮੈਂ, ਜਿਹੜਾ ਕਿਸੇ ਲਈ ਹੋਣ ਕੁਰਬਾਨ ਆਇਆ। ਇਹ ਭੁੱਲ ਗਏ ਸਾਡੇ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਨੂੰ, ਇਹ ਭੁੱਲ ਗਏ ਸਾਡੇ ਪੰਚਮ ਪਾਤਸ਼ਾਹ ਦੀ ਕੁਰਬਾਨੀ ਨੂੰ, ਇਹ ਭੁੱਲ ਗਏ ਸਾਡੇ ਯੋਧਿਆਂ ਨੂੰ, ਸਰਦਾਰ ਭਗਤ ਸਿੰਘ ਨੂੰ, ਸਰਦਾਰ ਊਧਮ ਸਿੰਘ ਨੂੰ, ਕਰਤਾਰ ਸਿੰਘ ਸਰਾਭੇ ਵਰਗਿਆਂ ਨੂੰ, ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਕੀਤੀਆਂ। ਤੇ ਗੁਰੂ ਪਿਆਰਿਓ, ਪਰ ਪੰਜਾਬੀ ਚੁੱਪ ਕਰਕੇ ਨਹੀਂ ਬੈਠਾ। ਜੇ ਪੰਜਾਬੀ ਆਪਣੀ ਆਈ ਤੇ ਆ ਗਿਆ ਤੇ ਦਿੱਲੀ ਦੀਆਂ ਪਾਰਕਾਂ ਦੇ ਵਿੱਚ ਵੀ ਝੋਨਾ ਲਗਾ ਦਿੱਤਾ ਜਾਵੇਗਾ। ਸੋਨਾ ਜਰਾ ਪਿਆਰ ਦੇ ਨਾਲ ਢਾਡੀ ਜਥਾ ਆਪ ਦੀ ਸੇਵਾ ਦੇ ਵਿੱਚ ਦਿੱਲੀ ਦੀਆਂ ਪਾਰਕਾਂ ਜਲਾ ਦੇਣਗੇ। ਸਾਡੀਆਂ ਜ਼ਮੀਨਾਂ ਮੋਤੀ ਫਿਰੇ ਕਹਿਣ ਨੂੰ, ਰੱਖੇ ਪੂੰਛ ਉੱਤੇ ਪੈਰ ਸ਼ੇਰਾਂ ਨੂੰ ਜਗਾਉਣ ਨੂੰ। ਉੱਤੇ ਪੈਰ ਸ਼ੇਰਾਂ ਨੂੰ ਜਗਾਉਣ ਨੂੰ। ਤੈਨੂੰ ਹੱਲ ਪਾਉਣ ਵਾਲੀ ਸੋਚ ਪਾ ਦੇਣਗੇ, ਹੱਲ ਪਾਉਣ ਵਾਲੀ ਸੋਚ ਪਾ ਦੇਣਗੇ। ਆਪਣੀ ਆਈ ਤੇ ਜਦੋਂ ਆ ਗਏ ਸੂਰਮੇ, ਝੋਨਾ ਦਿੱਲੀ ਦੇ ਪਾਰਕਾਂ ਚਲਾ ਦੇਣਗੇ। ਆਪਣੀ ਆਈ ਤੇ ਜਦੋਂ ਆ ਗਏ ਸੂਰਮੇ, ਝੋਨਾ ਦਿੱਲੀ ਦੇ ਪਾਰਕਾਂ ਚਲਾ ਦੇਣਗੇ। ਸੂਰਮੇ ਝੋਨਾ ਦਿੱਲੀ ਦੀਆਂ ਪਾਰਕਾਂ ਚਲਾ ਦੇ।
ਤੇ ਜਦੋਂ ਆ ਗਏ ਸੂਰਮੇ ਚੋਨਾ ਦਿੱਲੀ ਦੀਆਂ ਪਾਰਕਾਂ ਚ ਲਾ ਦੇਣਗੇ ਆਪਣੀ ਆਈ ਤੇ ਜਦੋਂ ਆ ਗਏ ਸੂਰਮੇ ਚੋਨਾ ਦਿੱਲੀ ਦੀਆਂ ਪਾਰਕਾਂ ਚ ਲਾ ਦੇਣਗੇ ਅਸੀਂ ਉਹ ਹਾਂ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਮੁਨੇਜਿਆਂ ਦੇ ਮੂੰਹ ਮੋੜ ਸੁੱਟੇ ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ ਸਾਡਾ ਮੂੰਹ ਮਹਾਂਦਰਾ ਵੱਖਰਾ ਹੈ ਸਾਡਾ ਮੂੰਹ ਮਹਾਂਦਰਾ ਵੱਖਰਾ ਹੈ ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ ਸਾਡੀ ਮੌਤ ਜਹਾਨ ਤੋਂ ਵੱਖਰੀ ਹੈ ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦੇ ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵੱਖਰਾ ਗੁਰੂ ਪਿਆਰਿਓ ਪੰਜਾਬ ਦੀ ਧਰਤੀ ਨੇ ਐਸੇ ਪੁੱਤ ਪੈਦਾ ਕੀਤੇ ਜਿਹੜੇ ਹਮੇਸ਼ਾ ਜ਼ੁਲਮ ਦੇ ਨਾਲ ਟਕਰਾਉਂਦੀ ਰਹੇ ਮੇਰੇ ਬਹੁਤ ਸਤਿਕਾਰਯੋਗ ਮੈਨੂੰ ਲੱਗਦਾ ਹੈ ਮੇਰੇ ਛੋਟੇ ਵੀਰ ਗੰਗਾ ਨਗਰ ਤੋਂ ਜਿਹੜੇ ਆਏ ਸੀ ਉਹਨਾਂ ਨੇ ਤੁਹਾਡੇ ਨਾਲ ਅਜਿਹੀਆਂ ਡੂੰਘੀਆਂ ਸਾਂਝਾਂ ਪਾਈਆਂ ਜਿਹੜੇ ਕਾਨੂੰਨਾਂ ਦਾ ਤੇ ਜੋ ਕੁਝ ਸਾਡੇ ਨਾਲ ਹੁੰਦਾ ਸਾਨੂੰ ਸ਼ਾਇਦ ਨਾ ਪਤਾ ਹੋਵੇ ਅਸੀਂ ਉਹਨਾਂ ਤੋਂ ਅਣਜਾਣ ਹੋਈਏ ਇਹ ਵਿਚਾਰਾਂ ਉਹਨਾਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਸਾਨੂੰ ਸੋਚਣਾ ਪਵੇਗਾ ਉਹਨਾਂ ਗੱਲਾਂ ਦੇ ਬਦਲੇ ਕਿ ਨਾ ਸਾਡੀ ਫਸਲ ਦਾ ਮੁੱਲ ਤੇ ਨਾ ਹੀ ਸਾਡੀ ਫਸਲ ਦੀ ਸਾਂਭ ਸੰਭਾਲ ਨਾ ਸਾਡੇ ਕੋਲ ਸਟੋਰ ਅਸੀਂ ਉਹਨਾਂ ਨੂੰ ਸੰਭਾਲ ਸਕੀਏ ਤੇ ਨਾ ਕਿਸਾਨ ਨੂੰ ਕੋਈ ਹੱਕ ਕਿ ਉਹ ਆਪਣੀ ਫਸਲ ਦੇ ਲਈ ਸਟੋਰ ਬਣਾ ਸਕੇ ਤੇ ਉਹਨਾਂ ਨੂੰ ਸੰਭਾਲ ਸਕੇ ਲਿਮਟ ਹੈ ਬਹੁਤ ਥੋੜੀ ਜਿਹੀ ਕਿ ਕਿਸਾਨ ਇੰਨੀ ਕੁ ਚੀਜ਼ ਆਪਣੇ ਕੋਲ ਰੱਖ ਸਕਦਾ ਬਾਕੀ ਸਰਕਾਰ ਦੀ ਹੀ ਮਰਜ਼ੀ ਉਹਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਫਿਰ ਗੁਰੂ ਪਿਆਰਿਓ ਇਤਿਹਾਸ ਸਦਾ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਮੈਂ ਇੱਕ ਗੱਲ ਕਹਿ ਜਾਵਾਂ ਤੇ ਕੋਈ ਅੱਤ ਕਥਨੀ ਨਹੀਂ ਮੈਂ ਇੱਕ ਕਵਿਤਾ ਲਾਸਟ ਤੁਹਾਡੇ ਨਾਲ 5 ਮਿੰਟਾਂ ਵਿੱਚ ਸਾਂਝੀ ਕਰਕੇ ਖਿਮਾ ਦੇ ਜਾਚਕ ਹੋ ਜਾਣਾ ਹੈ ਗੁਰੂ ਪਿਆਰਿਓ ਬਹੁਤ ਵਾਰ ਸਾਨੂੰ ਇੰਜ ਲੱਗਦਾ ਹੈ ਕਿ ਇੱਥੇ ਆਹ ਗੱਲ ਨਾ ਕੀਤੀ ਜਾਵੇ ਕਈਆਂ ਨੇ ਇਹ ਵੀ ਕਹਿਣਾ ਭਿੰਡਰਾਂ ਵਾਲਿਆਂ ਦਾ ਨਾਮ ਨਾ ਲਿਆ ਜਾਵੇ ਗੁਰੂ ਪਿਆਰਿਓ ਯੋਧਾ ਭਿੰਡਰਾਂ ਵਾਲਾ ਜਿਹਨੇ ਸਾਨੂੰ ਅਣਖ ਦਾ ਜੀਣਾ ਫਿਰ ਤੋਂ ਜਗਾਇਆ ਸਿਖਾਇਆ ਸੀ ਮਰੀ ਹੋਈ ਜ਼ਮੀਰ ਨੂੰ ਫਿਰ ਇੱਕ ਤੋਂ ਵਾਰ ਜਗਾਇਆ ਸੁੱਤੀ ਹੋਈ ਜ਼ਮੀਰ ਨੂੰ ਜਗਾਇਆ ਭਿੰਡਰਾਂ ਵਾਲੇ ਜਰਨੈਲ ਸਿੰਘ ਖਾਲਸੇ ਨੇ ਐਸੀ ਕੌਮ ਨੂੰ ਪਾਣ ਚੜਾ ਦਿੱਤੀ ਜੰਜ ਜੋਧੀ ਜਰਨੈਲਾਂ ਦੀ ਕਰ ਇਕੱਠੀ ਤੇ ਲਾੜੀ ਮੌਤ ਪਰਨਾਉਣੀ ਸਿਖਾ ਦਿੱਤੀ ਖੂਨ ਪੰਜਾਬੀਆਂ ਦਾ ਉਸਨੇ ਗਰਮ ਕੀਤਾ ਤੇ ਕਿਹਾ ਸਿੰਘੋ ਸੰਭਾਲੋ ਦਸਤਾਰ ਤਾਈ ਚਰਨ ਕੋਕਰੀ ਹੱਕਾਂ ਨੂੰ ਲੈਣ ਖਾਤਰ ਠਹਿਰੇ ਚੱਕ ਲੋ ਹੱਥ ਹਥਿਆਰ ਥਾਈ ਸਾਨੂੰ ਹੱਕਾਂ ਲਈ ਜੂਝਣਾ ਸਿਖਾਇਆ ਪਰ ਮੈਂ ਗੱਲ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਮਤਾ ਸੀ ਸ੍ਰੀ ਅਨੰਦਪੁਰ ਸਾਹਿਬ ਦਾ ਉਹਦੇ ਵਿੱਚ ਕੀ ਸੀ ਜੇ ਕਿਤੇ ਅਸੀਂ ਉਦੋਂ ਭਿੰਡਰਾਂ ਵਾਲਿਆਂ ਦਾ ਸਾਰੇ ਲੋਕਾਂ ਨੇ ਸਾਥ ਦਿੱਤਾ ਹੁੰਦਾ ਸਾਡੀ ਕੌਮ ਦੇ ਵਿੱਚ ਗਦਾਰ ਨਾ ਹੁੰਦੇ ਤੇ ਅੱਜ ਸਾਨੂੰ ਆਹ ਬਿੱਲ ਦੇ ਵਿਰੋਧ ਵਿੱਚ ਮੋਰਚਾ ਨਹੀਂ ਸੀ ਲਾਉਣਾ ਪੈਣਾ ਕਿਉਂਕਿ ਉਦੋਂ ਵੀ ਗੱਲ ਕਿਸਾਨ ਦੀ ਫਸਲ ਦੀ ਮੁੱਲ ਦੀ ਸੀ ਉਦੋਂ ਵੀ ਗੱਲ ਸਾਡੇ ਪਾਣੀਆਂ ਦੀ ਸੀ ਉਦੋਂ ਵੀ ਗੱਲ ਸਾਡੀ ਬਿਜਲੀ ਦੀ ਸੀ ਅਸੀਂ ਸਾਥ ਨਹੀਂ ਦਿੱਤਾ ਸਾਡੇ ਗਦਾਰਾਂ ਨੇ ਗਦਾਰੀ ਕੀਤੀ ਸਾਡੇ ਆਪਣਿਆਂ ਨੇ ਗਦਾਰੀ ਕੀਤੀ ਤੇ ਇੱਕ ਗੱਲ ਕਹਿ ਜਾਵਾਂ ਤਾਂ ਵੀ ਅੱਤ ਕਥਨੀ ਨਹੀਂ ਕਿ ਜਦੋਂ ਵੀ ਸਾਨੂੰ ਕੋਈ ਮਾਰਦਾ ਏ ਸਾਡੇ ਤੇ ਵਾਰ ਕਰਦਾ ਸਾਡਾ ਆਪਣਾ ਦੂਸਰੇ ਨੂੰ ਭੇਦ ਨਹੀਂ ਹੁੰਦਾ ਸਾਡਾ ਜਿਹੜਾ ਨਿੱਜੀ ਦੋਸਤ ਨਿੱਜੀ ਆਪਣਾ ਮਿੱਤਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਸਾਡੀ ਕਮਜ਼ੋਰੀ ਕੀ ਹੈ ਤੇ ਸਾਡੀ ਤਾਕਤ ਕੀ ਹੈ ਤੇ ਗੁਰੂ ਪਿਆਰਿਓ ਫਿਰ ਉਹ ਹੀ ਜਦੋਂ ਸਾਡੇ ਓਪੋਜਿਟ ਖੜਾ ਹੁੰਦਾ ਹੈ ਉਹ ਹੀ ਸਾਨੂੰ ਮਾਰਦਾ ਹੈ ਕਈ ਵਾਰ ਅਜ਼ਮਾ ਕੇ ਦੇਖਿਆ ਮੈਂ ਜਦ ਵੀ ਦਗਾ ਕਮਾਇਆ ਤਾਂ ਆਪਣੇ ਨੇ ਪੰਚਮ ਪਾਤਸ਼ਾਹ ਸੋਢੀ ਸੁਲਤਾਨ ਤਾਈ ਤੱਤੀ ਤਵੀ ਤੇ ਬਿਠਾਇਆ ਤਾਂ ਆਪਣੇ ਨੇ 10ਵੇਂ ਗੁਰੂ ਦੇ ਨੈਣਾ ਦੇ ਤਾਰਿਆਂ ਨੂੰ ਨੀਹਾਂ ਵਿੱਚ ਚਣਵਾਇਆ ਤਾਂ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ ਲਾਂਬੂ ਚਖਾ ਨੂੰ ਲਾਇਆ ਤਾਂ ਆਪਣੇ ਨੇ ਹਰ ਵਾਰ ਸਾਨੂੰ ਆਪਣਿਆਂ ਨੇ ਮਾਰਿਆ ਤੇ ਜੇ ਗੁਰੂ ਪਿਆਰੇ ਉਦੋਂ ਸਾਥ ਦਿੱਤਾ ਹੁੰਦਾ ਜੇ ਸਾਡੇ ਗਦਾਰ ਗਦਾਰੀ ਨਾ ਕਰਦੇ ਤੇ ਅੱਜ ਸਾਨੂੰ ਫਿਰ ਤੋਂ ਇਹ ਮੋਰਚੇ ਨਹੀਂ ਸੀ ਲਾਉਣੇ ਪੈਣੇ ਪਰ ਦਿੱਲੀ ਨੂੰ ਤੇ ਪੰਜਾਬ ਪਹਿਲਾਂ ਤੋਂ ਪਸੰਦ ਨਹੀਂ ਆਇਆ ਜਿਹੜਾ ਵੀ ਦਿੱਲੀ ਦੇ ਤਖਤ ਤੇ ਬੈਠਾ ਉਹਨੂੰ ਨਾ ਪੰਜਾਬ ਦਾ ਜੰਮਿਆ ਪਸੰਦ ਆਇਆ ਤੇ ਨਾ ਹੀ ਪੰਜਾਬੀਆਂ ਦੇ ਨਾਲ ਵਿਤਕਰਾ ਕਰਨ ਤੋਂ ਟਲੇ ਸਦਾ ਤੋਂ ਇਹ ਵਿਤਕਰਾ ਚੱਲਦਾ ਰਿਹਾ ਬਾਬਰ ਕਿਆਂ ਦੀ ਤੇ ਬਾਬੇ ਕਿਆਂ ਦੀ ਟੱਕਰ ਮੁੱਢ ਤੋਂ ਚੱਲਦੀ ਆਈ ਤੇ ਅੱਜ ਕੱਲ ਚੱਲਦੀ ਹੀ ਰਹੀ ਅੱਜ ਤੱਕ ਚੱਲਦੀ ਹੀ ਰਹੀ ਗੁਰੂ ਪਿਆਰਿਓ ਅਸਲ ਦੇ ਵਿੱਚ ਜਿਹੜੀ ਦਿੱਲੀ ਹੈ ਉਹ ਪੰਜਾਬ ਤੇ ਕਾਬਜ਼ ਹੋਣਾ ਚਾਹੁੰਦੀ ਹੈ ਕਿ ਇਸ ਪੰਜਾਬੀ ਨੂੰ ਪੰਜਾਬੀਅਤ ਨੂੰ ਤੇ ਪੰਜਾਬੀਆਂ ਨੂੰ ਖਤਮ ਕਰ ਦਿੱਤਾ ਜਾਵੇ ਤੇ ਇਸ ਪੰਜਾਬ ਦੀ ਧਰਤੀ ਤੇ ਇਹ ਜਿਹੜੀ ਇੰਨੀ ਵਧੀਆ ਜ਼ਮੀਨ ਪਿਆਰਿਓ ਨਾ ਇਹਦੇ ਵਰਗਾ ਪਾਣੀ ਨਾ ਇਹਦੇ ਵਰਗੀ ਮਿੱਟੀ ਨਾ ਇਹਦੇ ਵਰਗੀ ਫਸਲ ਕਿਸੇ ਵੀ ਹੋਰ ਧਰਤੀ ਤੇ ਪੈਦਾ ਨਹੀਂ ਹੁੰਦੀ ਇਸ ਧਰਤੀ ਵਰਗਾ ਤੇ ਪਿਆਰ ਵੀ ਕਿਤੇ ਨਹੀਂ ਮਿਲਦਾ ਇਸੇ ਕਰਕੇ ਪੰਜਾਬੀਆਂ ਨਾਲ ਦੁਸ਼ਮਣੀ ਹੈ ਇਹਨਾਂ ਨੂੰ ਖਤਮ ਕਰ ਦਿਓ ਸੱਚ ਕਿਹਾ ਸੀ ਮੇਰੇ ਵੀਰ ਜੀ ਨੇ ਕਿ ਇੱਕ
बहुत सारा पैसा लाया गया सी कि दो ही काफ़ी होर तो माफ़ी। तो सचमुच इस नारे नूं पंजाबियों ने कबूल किया। अपने ही घरां विच एक बच्चा रह गया, बाकी स्टेटां दे विच ते गिणती घटी नहीं, अपनी ही गिणती घट गई। तो सानू फिर यही कहा जाता कि 2% ने साडी गिणती ते आटे दे विच लूण दे बराबर गिणी गई। पर गुरु प्यारे एक गल याद रखना, इज्जड़ भेडां दे होया करदे ने, शेरां दे कदे इज्जड़ नहीं हुंदे, झुंड गिद्दड़ां दे होया करदे ने, शेरां दे इज्जड़ नहीं हुंदे। शेर ते कल्ला ही वकदा फिरदा, कलगीधर दा ते कल्ला ही लाल 1.25 लाख दा टाकरा कर जांदा, क्योंकि इहनूं मौत दा कोई भय नहीं, मौत दा कोई डर नहीं। मौत ते जिंदगी दा फर्क बाजां वाले शहनशाह ने नूं समझा दिता सी। किन्ना फर्क है मौत ते जिंदगी विच। ऐ पेग दी नोक ते हाड़ लेगा, इन्हें लोकां दे दिलों आबाद करने, झुग्गा अपना आप झाड़ लेगा, राखा बनू गरीबां दे ढारियां दा, ते लंका सोने दी अपनी साड़ लेगा। ए ऐसा कलगीधर दा पुत्तर जेड़ा महीवाल नहीं, पट ते सबर कर लऊ, एक कौम लई कालजा पाड़ लेगा। ऐसा कलगीधर दा लाल है जेड़ा अपनी कौम तो अपनियां तो की इते बगानियां दी खातर भी अपना लहू बहाउण दे लई कुर्बानियां करन दे लई हर वक्त तैयार रहिंदा है। और प्यारिओ, जे दिल्ली नूं पंजाबी पसंद नहीं ते सानू भी दिल्ली इन्नी चंगी नहीं लगदी। जे दिल्ली साडे नाल वैर कमाउंदी है, असीं ते हर एक नूं प्यार करन वाले आ, पर दिल्ली साडे नाल हमेशा वैर कमाउंदी आई। इहनूं चेता भुल गया जदों मुगलां दा इत्थे राज सी, मुगलां दा झंडा झूलदा सी ते खालसे ने जस्सा सिंह आलूवालिए वर्गे, बघेल सिंह करोड़ सिंघिया वर्गियां ने जाके दिल्ली दे लाल किले ते केसरी निशान चला दिता सी। आओ जरा प्यार दे नाल सरवण करना, जे सिंह नहीं पसंद दिल्लीए ते ਸਿੰਘਾਂ ਨੂੰ पसंद नहीं। पसंद दिल्लीए ਸਿੰਘਾਂ ਨੂੰ पसंद नहीं हो तू, जे तेनू सिंह नहीं पसंद दिल्लीए ਸਿੰਘਾਂ ਨੂੰ पसंद नहीं हो तू। बाबे नानक दे रूप आया सी, झूठ से पखंड नंगा करके सिक्खी वाला बूटा लाया सी। आप किरदार कला तार के बाबे नानक दे रूप आया सी, झूठ ते पखंड नंगा करके सिक्खी वाला बूटा लाया सी। बाबर नू जाबर सी दसिया, जिदे मूर करके नाचो, तेनू दंग नहीं पसंद दिल्लीए ਸਿੰਘਾਂ ਨੂੰ पसंद नहीं हो तू, जे तेनू सिंह नहीं पसंद दिल्लीए ਸਿੰਘਾਂ ਨੂੰ पसंद नहीं हो तू। तेरे हाथ सौंप के लगामनी, तेरे लिए आजादी रहे मंगदे, आपे असी हो गए गुलामनी। खोर कद तक पछताउणगे, तेरे हाथ सौंप के लगामनी। हड़ा नाल डोब के पंजाब नू कीता कर जाई लू लू, तेनू सिंह नहीं पसंद दिल्लीए ਸਿੰਘਾਂ ਨੂੰ पसंद नहीं हो तू, जे तेनू सिंह नहीं पसंद दिल्लीए ਸਿੰਘਾਂ ਨੂੰ पसंद नहीं हो तू।
ਦਾ ਸੀ ਭਰਿਆ ਮਿਹਨਤਾਂ ਦਾ ਮੁੱਲ ਨਾ ਤੇ ਮੋੜਿਆ ਫਾਹੇ ਲੈ ਕੇ ਅੰਨ ਦਾ ਤਾਂ ਮਰਿਆ ਕਰਕੇ ਕਮਾਈ ਦਿਨ ਰਾਤ ਨੂੰ ਢਿੱਡ ਸਾਰੇ ਦੇਸ਼ ਦਾ ਸੀ ਭਰਿਆ ਮਿਹਨਤਾਂ ਦਾ ਮੁੱਲ ਨਾ ਤੇ ਮੋੜਿਆ ਫਾਹੇ ਲੈ ਕੇ ਅੰਨ ਦਾ ਤਾਂ ਮਰਿਆ ਤੇਰੇ ਹੱਥੋਂ ਹੋ ਕੇ ਨਿਰਾਸ਼ ਗਈ ਕਰਕੇ ਵਿਦੇਸ਼ਾਂ ਵੱਲ ਮੂੰਹ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਓ ਤੂੰ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਓ ਤੂੰ ਕਿਸੇ ਸੂਰਮੇ ਮੂੰਹ ਵੀ ਉਤਾਨੂੰ ਨਹੀਂ ਚੱਕਣਾ ਬੈਰੀਆਂ ਨੇ ਆ ਕੇ ਦੇਖੀ ਜਦ ਵੀ ਤੇਰੀ ਹਿੱਕੀ ਉੱਤੇ ਪੈਰ ਰੱਖਣਾ ਹੋਰ ਤੇਰੇ ਕਿਸੇ ਸੂਰਮੇ ਮੂੰਹ ਵੀ ਉਤਾਨੂੰ ਨਹੀਂ ਚੱਕਣਾ ਖੈਰ ਦੀਆਂ ਗੱਲਾਂ ਸੁਣ ਸੁਣ ਕੇ ਤੇਰੇ ਕਾਨੇ ਉੱਤੇ ਸੜ ਕੇ ਨਾ ਜੂ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਓ ਤੂੰ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਓ ਤੂੰ ਜੇ ਤੈਨੂੰ ਸਿੰਘ ਨਹੀਂ ਪਸੰਦ ਦਿੱਲੀਏ ਸਿੰਘਾਂ ਨੂੰ ਪਸੰਦ ਨਹੀਂ ਓ ਤੂੰ ਅਸੀਂ ਮਿੱਤਰ ਹਾਂ ਨਿਤ ਨਿਮਾਣਿਆਂ ਦੇ ਸਾਡਾ ਨਾਲ ਜਰਵਾਣਿਆਂ ਹੱਥ ਕੋਈ ਨਾ ਅਸੀਂ ਨਿਮਰਤਾ ਵਾਲੇ ਦੇ ਦਾਸ ਵੀ ਹਾਂ ਜਿਹੜਾ ਰੋਬ ਪਾਵੇ ਉਹਦੇ ਮਿੱਤ ਕੋਈ ਨਾ ਕਰਨ ਲੱਗਿਆਂ ਨੇਕੀ ਉਪਕਾਰ ਸੇਵਾ ਅਸੀਂ ਪੁੱਛਦੇ ਬਾਰ ਤੇ ਥਿੱਤ ਕੋਈ ਨਾ ਸਾਨੂੰ ਇੰਨਾ ਮਾਣ ਹੈ ਆਪਣੇ ਤੇ ਸਾਨੂੰ ਕਦੇ ਵੀ ਸਕਦਾ ਜਿੱਤ ਕੋਈ ਨਾ ਗੁਰੂ ਪਿਆਰਿਓ ਸਾਡੇ ਦੇਸ਼ ਦੇ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਨੂੰ ਮੂੰਹ ਕਰ ਲਿਆ ਤੇ ਉਹਨੂੰ ਵੀ ਅਸੀਂ ਦੋਸ਼ੀ ਠਹਿਰਾਇਆ ਪਰ ਕਦੇ 84 ਦੇ ਵੇਲੇ ਸਾਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਸ ਤੋਂ ਉਪਰੰਤ ਸਾਨੂੰ ਖਤਮ ਕਰਨ ਦੇ ਲਈ ਸਾਡੇ ਕੋਲੋਂ ਵਿੱਦਿਆ ਵੀ ਖੋਹ ਲਈ ਗਈ ਮੇਰੇ ਦੇਸ਼ ਦੀ ਨੌਜਵਾਨ ਜਨਰੇਸ਼ਨ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਾ ਦਿੱਤਾ ਗਿਆ ਆਖਰਕਾਰ ਇਹਨਾਂ ਨਸ਼ਿਆਂ ਤੋਂ ਡਰਦੇ ਮਾਪਿਆਂ ਨੇ ਉਹਨਾਂ ਨੂੰ ਪਤਾ ਸੀ ਕਿ ਸਰਕਾਰ ਨੇ ਨੌਕਰੀਆਂ ਨਹੀਂ ਦੇਣੀਆਂ ਕਿਉਂਕਿ ਵਿੱਦਿਆ ਇੰਨੀ ਮਹਿੰਗੀ ਕਰ ਦਿੱਤੀ ਕਿ ਆਮ ਆਦਮੀ ਦੇ ਵੱਸ ਦੀ ਗੱਲ ਨਾ ਰਹੀ ਆਪਣੇ ਬੱਚਿਆਂ ਨੂੰ ਉਹ ਵਿੱਦਿਆ ਦੇ ਸਕੇ ਤਾਂ ਕਿ ਉਹ ਜ਼ਿੰਦਗੀ ਜਿਉਣ ਦੀ ਜਾਂਚ ਤੇ ਚੰਗੇ ਢੰਗ ਦੀ ਜ਼ਿੰਦਗੀ ਜਿਉ ਸਕਣ ਸਰਕਾਰ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਾਂਝਿਆ ਕੀਤਾ ਤਾਂ ਹੀ ਅੱਜ ਸਾਡੇ ਦੇਸ਼ ਦੇ ਪੁੱਤ ਜਿਨ੍ਹਾਂ ਨੇ ਇਸ ਦੇਸ਼ ਲਈ ਇਸ ਪੰਜਾਬ ਲਈ ਬੜਾ ਕੁਝ ਕਰਨਾ ਸੀ ਗੁਰੂ ਪਿਆਰਿਓ ਮੈਂ ਕਹਾਂਗੀ ਕਿ ਜਿਵੇਂ ਮਲਾਈ ਲਾਈ ਹੁੰਦੀ ਨਾ ਦੁੱਧ ਤੋਂ ਮਲਾਈ ਵਿਦੇਸ਼ਾਂ 'ਚ ਜਾ ਵੜੀ ਤੇ ਇੱਥੇ ਬਹੁਤ ਘੱਟ ਪੜ੍ਹੇ ਲਿਖੇ ਰਹਿ ਗਏ ਜ਼ਿਆਦਾ ਪੜ੍ਹੇ ਲਿਖੇ ਜਿਨ੍ਹਾਂ ਨੇ ਸਾਇੰਸਦਾਨ ਬਣਨਾ ਸੀ ਜਿਨ੍ਹਾਂ ਨੇ ਵਕੀਲ ਬਣਨਾ ਸੀ ਜਿਨ੍ਹਾਂ ਨੇ ਜੱਜਾਂ ਦੀਆਂ ਪਦਵੀਆਂ ਹਾਸਲ ਕਰਨੀਆਂ ਸੀ ਉਹਨਾਂ ਨੂੰ ਵਿਦੇਸ਼ਾਂ ਨੂੰ ਤੋਰਨਾ ਪਿਆ ਆਓ ਪਿਆਰਿਓ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਆਪ ਸੰਗਤਾਂ ਦਾ ਧੰਨਵਾਦ ਕਰਾਂ ਬਹੁਤ ਸਤਿਕਾਰਯੋਗ ਵੀਰ ਦੀਪ ਸਿੱਧੂ ਦਾ ਜਿਨ੍ਹਾਂ ਨੇ ਮੋਰਚਾ ਲਾਇਆ ਇਹਦੀ ਵਾਗਡੋਰ ਸੰਭਾਲੀ ਹੈ ਵੀਰ ਜੋਗਾ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਸ ਮੋਰਚੇ ਦੀ ਪ੍ਰਾਰੰਭਤਾ ਕੀਤੀ ਹੈ ਤੇ ਵੱਖ-ਵੱਖ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਦਾ ਇੱਕ ਮਿਸ਼ਨ ਹੈ ਕਿ ਆਖਰਕਾਰ ਸਾਨੂੰ ਫਤਿਹਜਾਬੀ ਮਿਲ ਸਕੇ ਸਾਨੂੰ ਕਾਮਯਾਬੀ ਮਿਲ ਸਕੇ ਇਹ ਕਿਸਾਨੀ ਦਾ ਜਿਹੜਾ ਮੁੱਦਾ ਹੈ ਕਿਸਾਨ ਦੀ ਆਵਾਜ਼ ਦਿੱਲੀ ਦੀ ਸਰਕਾਰ ਦੇ ਤੱਕ ਪਹੁੰਚਾਈ ਜਾ ਸਕੇ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਦਾਸ ਦੇ ਜਥੇ ਦੀ ਹਾਜ਼ਰੀ ਲਵਾ ਕੇ ਉਹਨਾਂ ਸਾਨੂੰ ਧੰਨਵਾਦੀ ਬਣਾਇਆ ਸਾਨੂੰ ਮਾਣ ਦਿੱਤਾ ਆਪ ਸੰਗਤਾਂ ਦੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਅਸੀਸਾਂ ਦੇ ਕੇ ਨਵਾਜਿਆ ਗਿਆ ਧੰਨਵਾਦੀਆਂ ਵਾਹਿਗੁਰੂ ਨਾਮਦਾਨ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ ਕਰਨ ਮੈਂ ਧੰਨਵਾਦ ਕਰਾਂ ਬਹੁਤ ਸਤਿਕਾਰਯੋਗ ਵੀਰ ਰਸ਼ਪਾਲ ਸਿੰਘ ਜੀ USA ਜਿਨ੍ਹਾਂ ਨੇ ਹੁਕਮ ਲਾਇਆ ਸੀ ਆਪ ਸੰਗਤਾਂ ਦੀ ਸੇਵਾ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਰਮਾਤਮਾ ਦੇ ਅੱਗੇ ਇੱਕ ਅਰਦਾਸ ਕਰੀਏ ਆਪਾਂ ਸਾਰੇ ਕਿ ਸਤਿਗੁਰੂ ਕਿਰਪਾ ਕਰਨ ਕਿਸਾਨ ਜਥੇਬੰਦੀਆਂ ਤੇ ਮੇਰਾ ਭਰਿਆ ਹੱਥ ਰੱਖਣ ਚੜ੍ਹਦੀਆਂ ਕਲਾ ਬਖਸ਼ਣ ਤੇ ਇਸੇ ਤਰ੍ਹਾਂ ਇਹ ਜਿਹੜਾ ਮੋਰਚਾ ਹੈ ਆਪਣੀ ਮੰਜ਼ਿਲ ਵੱਲ ਨੂੰ ਵੱਧ ਸਕੇ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਦਾਸ ਦਾ ਜਥਾ ਦਾਸ ਬਲਵਿੰਦਰ ਕੌਰ ਖਹਿਰਾ ਬੀਬੀ ਗੁਰਜੀਤ ਕੌਰ ਖਾਲਸਾ ਬੀਬੀ ਨਵਨੀਤ ਕੌਰ ਖਾਲਸਾ ਸਰੰਗੀ ਤੇ ਸਾਥ ਦੇ ਰਹੇ ਨੇ ਦਾਸ ਦੇ ਜੀਵਨ ਸਾਥੀ ਰਵਿੰਦਰ ਸਿੰਘ ਖਹਿਰਾ ਕਿਸੇ ਵੀ ਸਮੇਂ ਯਾਦ ਕਰੋ ਹਰ ਦਾਸ ਦਾ ਜਥਾ ਹਰ ਸਮੇਂ ਸੇਵਾ ਦੇ ਲਈ ਹਾਜ਼ਰ ਹੈ ਗੁਰੂ ਪਿਆਰਿਓ ਆਓ ਦਾਸ ਦੇ ਜਥੇ ਨੂੰ ਦਿਓ ਆਗਿਆ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।